ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਦੇ ਵਾਰਤਕ ਭਾਗ ਦਾ ਪਹਿਲਾ ਪਾਠ ਘਰ ਦਾ ਪਿਆਰ ਪੜ੍ਹਾਂਗੇ। ਇਸ ਪਾਠ ਦੇ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਜੀ ਹਨ। ਇਹ ਪਾਠ ਪੜ੍ਹਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਵਾਰਤਕ ਕਿਸ ਨੂੰ ਕਹਿੰਦੇ ਹਨ। ਵਾਰਤਕ ਕੀ ਹੁੰਦਾ ਹੈ? ਵਾਰਤਕ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਵਿਸ਼ੇ ਵਸਤੂ ਦੀ ਪੇਸ਼ਕਾਰੀ ਸਮੇਂ ਪ੍ਰਮੁੱਖਤਾ ਤਰਕ ਜਾਂ ਦਲੀਲ ਨੂੰ ਦਿੱਤੀ ਜਾਂਦੀ ਹੈ। ਜਦੋਂ ਇਹਦਾ ਸਬਜੈਕਟ ਪੇਸ਼ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਟ੍ਰੈਸ ਤਰਕ ਜਾਂ ਦਲੀਲ 'ਤੇ ਭਾਵ ਲੌਜਿਕ 'ਤੇ ਦਿੱਤਾ ਜਾਂਦਾ ਹੈ। ਦਲੀਲ ਤੋਂ ਭਾਵ ਸਿਰਫ ਇਹ ਨਹੀਂ ਲਿਆ ਜਾਂਦਾ ਕਿ ਇਹਦੇ ਵਿੱਚ ਸਿਰਫ ਲੌਜਿਕ ਹੀ ਹੁੰਦਾ ਹੈ। ਲੌਜਿਕ ਦੇ ਨਾਲ ਨਾਲ ਇਹਦੇ ਵਿੱਚ ਘਟਨਾਵਾਂ ਨੂੰ ਵੀ ਦਰਸਾਇਆ ਜਾਂਦਾ ਹੈ, ਕਹਾਣੀ ਵਾਲੇ ਗੁਣ ਵੀ ਹੁੰਦੇ ਹੈ, ਨਾਟਕੀਅਤਾ ਵੀ ਹੁੰਦੀ ਹੈ, ਪਰ ਫਿਰ ਵੀ ਤਰਕ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ। ਵੈਸੇ ਤਾਂ ਸਾਹਿਤ ਦੇ ਹਰ ਰੂਪ ਜਿਵੇਂ ਕਵਿਤਾ, ਕਹਾਣੀ, ਨਾਵਲ, ਨਾਟਕ ਸਭ ਦਾ ਕੋਈ ਨਾ ਕੋਈ ਵਿਸ਼ਾ ਜ਼ਰੂਰ ਹੁੰਦਾ ਹੈ। ਕਿਸੇ ਨਾ ਕਿਸੇ ਮੁੱਖ ਉਦੇਸ਼ ਨੂੰ ਲੈ ਕੇ ਉਹ ਲਿਖੀ ਜਾਂਦੀ ਹੈ। ਅਤੇ ਜਿਹੜਾ ਇਹ ਪਾਠ ਹੈ ਘਰ ਦਾ ਪਿਆਰ, ਇਹ ਵੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਘਰ ਦੇ ਪਿਆਰ ਨੂੰ ਮੁੱਖ ਧੁਰਾ ਬਣਾ ਕੇ ਲਿਖਿਆ ਹੈ ਕਿ ਘਰ ਦਾ ਪਿਆਰ ਪਰਿਵਾਰ ਦੀ ਨੀਂਹ ਹੁੰਦਾ ਹੈ। ਇਸ 'ਤੇ ਹੀ ਸਮਾਜ, ਕੌਮ ਅਤੇ ਦੇਸ਼ ਦੀ ਉਸਾਰੀ ਹੁੰਦੀ ਹੈ। ਜਿਹੜੀ ਅਮੀਰ ਸ਼ਖਸੀਅਤ ਹੈ ਨਾ, ਅੱਛੇ ਕਰੈਕਟਰ, ਉਹ ਘਰ ਦੇ ਪਿਆਰ ਤੋਂ ਹੀ ਬਣਦੇ ਹਨ। ਇਹ ਪਾਠ ਪੜ੍ਹਨ ਤੋਂ ਪਹਿਲਾਂ ਬੇਟਾ ਆਪਾਂ ਆਓ ਲੇਖਕ ਬਾਰੇ ਜਾਣ ਲਈਏ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਕੌਣ ਸਨ। ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਪਿਤਾ ਭਾਈ ਭਲਾਕਾਰ ਸਿੰਘ ਅਤੇ ਮਾਤਾ ਸੁਰਸਤੀ ਦੇ ਘਰ 1894 ਈਸਵੀ ਨੂੰ ਪਿੰਡ ਅਡਿਆਲਾ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਵਿੱਚ ਹੋਇਆ। ਮੁੱਢਲੀ ਸਿੱਖਿਆ, ਮੁੱਢਲੀ ਮਤਲਬ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਇਹ ਰਾਵਲਪਿੰਡੀ ਆ ਗਏ ਅਤੇ ਮਿਡਲ ਮਤਲਬ 8th ਕਲਾਸ ਵਿੱਚ ਅਵਲ ਫਸਟ ਆਏ ਅਤੇ ਫਿਰ ਇਹਨਾਂ ਨੂੰ ਸਕੋਲਰਸ਼ਿਪ ਵੀ ਮਿਲੀ। 1910 ਵਿੱਚ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ 10th ਪਾਸ ਕੀਤੀ, ਫਿਰ BA ਅਤੇ 1917 ਵਿੱਚ ਇੰਗਲਿਸ਼ ਦੀ MA ਕੀਤੀ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਇੰਗਲਿਸ਼, ਹਿਸਟਰੀ ਅਤੇ ਰਿਲੀਜਨ ਐਜੂਕੇਸ਼ਨ ਦੇ ਪ੍ਰੋਫੈਸਰ ਰਹੇ। ਦਸੰਬਰ 1945 ਵਿੱਚ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ। ਫਿਰ ਪੰਜਾਬ ਯੂਨੀਵਰਸਿਟੀ ਦੇ ਜੋੜ ਦੇਣ 'ਤੇ 1948 ਵਿੱਚ ਸਕੱਤਰ ਪਬਲੀਕੇਸ਼ਨ ਬਿਊਰੋ ਆਉਣ ਲੱਗੇ। ਫਿਰ 1949 ਵਿੱਚ ਆਪ ਨੂੰ ਮਹਿੰਦਰਾ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਲਾਇਆ ਗਿਆ। ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਅਤੇ ਬੋਲੀ ਦੀ ਨਿੱਘਰ ਮਤਲਬ ਖੂਬ ਡੂੰਘੀ ਅਤੇ ਗਹਿਰੀ ਸੇਵਾ ਕੀਤੀ। ਆਪ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਪ੍ਰਮੁੱਖਤਾ ਵਜੋਂ 1951 ਵਿੱਚ ਪੈਪਸੂ ਸਰਕਾਰ ਨੇ ਸਨਮਾਨਿਆ। ਪੈਪਸੂ ਕੀ ਹੈ? ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਸੀ। ਇਹ 5 ਮਈ 1948 ਨੂੰ ਬਣਾਈ ਗਈ ਸੀ। ਬਾਅਦ ਵਿੱਚ ਸਾਰੀਆਂ ਰਿਆਸਤਾਂ ਨੂੰ ਖਤਮ ਕਰਕੇ ਮਤਲਬ ਪੰਜਾਬ ਦਾ ਹੀ ਨਾਂ ਦੇ ਦਿੱਤਾ ਸੀ। ਪੰਜਾਬ ਵਿੱਚ ਮਿਲਾ ਲਿੱਤੀਆਂ ਸੀ ਸਾਰੀਆਂ ਰਿਆਸਤਾਂ। ਅਤੇ ਮਾਰਚ 1956 ਵਿੱਚ ਅਭਿਨੰਦਨ ਗ੍ਰੰਥ ਵੀ ਭੇਟ ਕੀਤਾ ਗਿਆ। ਵਾਰਤਕ ਵਿੱਚ ਨਿਬੰਧਾਂ ਦੀਆਂ ਪੁਸਤਕਾਂ, ਸਾਹਿਤ ਦਰਸ਼ਨ, ਨਵੀਆਂ ਸੋਚਾਂ, ਸਹਿਜ ਸੁਭਾਅ ਅਤੇ ਘਰ ਦਾ ਪਿਆਰ ਤੋਂ ਇਲਾਵਾ ਆਪ ਜੀ ਨੇ ਆਰਸੀ ਨਾਂ ਦੀ ਇੱਕ ਸਾਹਿਤਕ ਸਵੈ ਜੀਵਨੀ ਵੀ ਲਿਖੀ। ਪ੍ਰਿੰਸੀਪਲ ਸਾਹਿਬ ਦੇ ਨਿਬੰਧ ਵਾਕਫੀਅਤ ਭਰਪੂਰ ਹਨ ਪਰ ਬੋਝਲ ਨਹੀਂ। ਜਾਣਕਾਰੀ ਹੁੰਦੀ ਹੈ ਪਰ ਬੋਰ ਨਹੀਂ ਲੱਗਦੀ। ਪੰਜਾਬ ਦੇ ਇਸ ਮਹਾਨ ਸਾਹਿਤਕਾਰ ਦੀ 1958 ਈਸਵੀ ਵਿੱਚ ਮੌਤ ਹੋ ਗਈ। ਆਓ ਬੇਟਾ ਆਪਾਂ ਇਹ ਪਾਠ ਪੜ੍ਹਦੇ ਹਾਂ। ਇਸ ਪਾਠ ਵਿੱਚ ਲੇਖਕ ਕੀ ਕਹਿੰਦਾ ਹੈ
ਕਿ ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਮਤਲਬ ਜਿਹੜਾ ਘਰ ਹੁੰਦਾ ਹੈ ਉਹ ਇੱਟਾਂ ਅਤੇ ਵੱਟਿਆਂ ਦਾ ਬਣਿਆ ਹੋਇਆ ਕਮਰਾ ਨਹੀਂ ਹੁੰਦਾ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ। ਸਧਰਾਂ ਇੱਛਾਵਾਂ। ਘਰ ਉਹ ਜਗ੍ਹਾ ਹੈ ਜਿੱਥੇ ਮਨੁੱਖ ਦੇ ਮਨ ਵਿੱਚ ਜੋ ਇੱਛਾਵਾਂ ਪੈਦਾ ਹੁੰਦੀਆਂ ਹਨ ਉਹ ਪਲਦੀਆਂ ਹਨ, ਮਤਲਬ ਪ੍ਰਵਾਨ ਚੜ੍ਹਦੀਆਂ ਹਨ। ਬਾਲਪਨ ਵਿੱਚ ਭੈਣ ਅਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ ਅਤੇ ਬਚਪਨ ਵਿੱਚ ਮਾਂ, ਭੈਣ ਅਤੇ ਭਰਾਵਾਂ ਕੋਲੋਂ ਪਿਆਰ ਮਿਲਿਆ ਹੁੰਦਾ ਹੈ। ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਲਿਤਾੜ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ। ਘਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਸਾਰੀ ਦੁਨੀਆ ਘੁੰਮਣ ਅਤੇ ਕਮਾਈ ਕਰਨ ਮਗਰੋਂ ਵਾਪਸ ਆਉਣ 'ਤੇ ਦਿਲ ਕਰਦਾ ਹੈ। ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਉਹ ਜਗ੍ਹਾ ਹੈ ਜਿੱਥੇ ਬੁਢਾਪੇ ਵਿੱਚ ਉਮਰ ਭਰ ਦੇ ਜਿਹੜੀ ਸਾਰੀ ਉਮਰ ਮਤਲਬ ਬਿਜ਼ੀ ਰਿਹਾ ਬੰਦਿਆ, ਸਮੱਸਿਆਵਾਂ ਦਾ ਸਾਹਮਣਾ ਕੀਤਾ ਅਤੇ ਫਿਰ ਜਦੋਂ ਉਹਨਾਂ ਤੋਂ ਰਿਲੈਕਸ ਹੋਇਆ ਤਾਂ ਆ ਕੇ ਆਰਾਮ ਕੀਤਾ ਔਰ ਟਾਈਮ ਪਾਸ ਕੀਤਾ, ਆਨੰਦ ਪ੍ਰਾਪਤ ਕੀਤਾ। ਇਹ ਆਨੰਦ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਮਾਂ ਦੀ ਗੋਦ ਵਿੱਚ ਬੈਠ ਕੇ ਆਨੰਦ ਆਉਂਦਾ ਹੈ, ਘਰ ਵਿੱਚ ਆ ਕੇ ਵੀ ਉਹੀ ਆਨੰਦ ਆਉਂਦਾ ਹੈ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਜਿਹੜਾ ਘਰ ਹੈ ਨਾ ਉਹ ਹਰ ਮਨੁੱਖ ਦੇ ਵਲਵਲੇ ਮਤਲਬ ਜਿਹੜੇ ਭਾਵ ਹੈ ਅਤੇ ਸ਼ਖਸੀ ਨਿੱਜੀ ਰਹਿਣੀ ਦਾ ਕੇਂਦਰ ਹੁੰਦਾ ਹੈ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਦਾ ਆਚਰਣ ਬਣਾਉਣ ਵਿੱਚ ਜਿੱਥੇ ਸਮਾਜ ਅਤੇ ਮੁਲਕੀ ਆਲੇ ਦੁਆਲੇ ਦਾ ਅਸਰ ਕੰਮ ਕਰਦਾ ਹੈ ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ, ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿੱਚ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਮਨੁੱਖ ਦਾ ਚਰਿੱਤਰ ਬਣਾਉਣ ਵਿੱਚ ਜਿੱਥੇ ਸਮਾਜ ਅਤੇ ਦੇਸ਼ ਅਤੇ ਆਲੇ ਦੁਆਲੇ ਮਤਲਬ ਸਰਾਊਂਡਿੰਗ ਦਾ ਪ੍ਰਭਾਵ ਪੈਂਦਾ ਹੈ ਉੱਥੇ ਘਰ ਦੇ ਸਾਰੇ ਮਾਹੌਲ ਦਾ ਵੀ ਪ੍ਰਭਾਵ ਪੈਂਦਾ ਹੈ। ਜੇ ਆਪਾਂ ਇਹ ਕਹਿ ਲਈਏ ਕਿ ਮਨੁੱਖ ਦਾ ਕਰੈਕਟਰ ਬਣਦਾ ਹੀ ਘਰ ਵਿੱਚ ਹੈ ਅਤੇ ਕੋਈ ਗਲਤ ਨਹੀਂ ਹੈ। ਇੱਥੇ ਹੀ ਮਨੁੱਖ ਦੀਆਂ ਰੁਚੀਆਂ ਅਤੇ ਸੁਭਾਅ ਬਣਦਾ ਹੈ। ਜੇ ਲੇਖਕ ਕਹਿੰਦਾ ਕਿ ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ ਕਿ ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ। ਜੇ ਲੇਖਕ ਕਹਿੰਦਾ ਕਿ ਕਈ ਵਾਰ ਮੈਂ ਕਿਸੇ ਸੜੇ ਹੋਏ ਜਾਂ ਖਿਝਣ ਵਾਲੇ ਵਿਅਕਤੀ ਨੂੰ ਮਿਲਦਾ ਹਾਂ ਜਾਂ ਵੇਖਦਾ ਹਾਂ ਤਾਂ ਮੈਂ ਮਨ ਵਿੱਚ ਇਹ ਸੋਚ ਲੈਂਦਾ ਕਿ ਇਸ ਮਨੁੱਖ ਨੂੰ ਘਰ ਦਾ ਪਿਆਰ ਨਹੀਂ ਮਿਲਿਆ, ਇਹ ਘਰ ਦੇ ਪਿਆਰ ਤੋਂ ਵਾਂਝਾ ਹੈ। ਮੇਰੇ ਇੱਕ ਮੇਰੇ ਜਾਣਕਾਰ ਬਿਰਧ ਬੀਬੀ ਜੀ ਹਨ। ਮੈਂ ਇੱਕ ਅਜਿਹੀ ਔਰਤ ਨੂੰ ਜਾਣਦਾ ਹਾਂ ਜੋ ਬਜ਼ੁਰਗ ਹਨ। ਉਹਨਾਂ ਵਿੱਚ ਨੇਕੀ ਹੈ, ਉਪਕਾਰ ਹੈ। ਸਵੇਰੇ ਸ਼ਾਮ ਉਹ ਬਿਨਾਂ ਨਾਗੇ ਤੋਂ ਮਤਲਬ ਡੇਲੀ ਰੂਟੀਨ ਵਿੱਚ ਗੁਰਦੁਆਰੇ ਆਉਂਦੇ ਹੈ, ਪਰਿਕਰਮਾ ਕਰਦੇ ਹੈ, ਕਿਸੇ ਦੁੱਖ ਨੂੰ ਸਹਿਣ ਨਹੀਂ ਕਰ ਸਕਦੇ। ਵਲਵਲਾ ਤਾਂ ਉਹਨਾਂ ਵਿੱਚ ਇੰਨਾ ਕਮਾਲ ਦਾ ਹੈ, ਮਤਲਬ ਭਾਵਨਾਵਾਂ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਨ ਅਤੇ ਹਮਦਰਦੀ ਵੀ ਕਰਦੇ ਹਨ। ਬੱਚਿਆਂ ਨੂੰ ਵੇਖ ਕੇ ਬੱਚੇ ਬਣ ਜਾਂਦੇ ਹਨ, ਪਰ ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਖਰਬਾ ਹੈ। ਖਰਬਾ ਮਤਲਬ ਕੜਵਾ, ਤਿੱਖਾ। ਨਿੱਕੀ ਨਿੱਕੀ ਗੱਲ 'ਤੇ ਖਿਝ ਪੈਂਦੇ, ਛੋਟੀ ਛੋਟੀ ਗੱਲ 'ਤੇ ਖਿਝ ਜਾਂਦੇ ਹੈ। ਗੁੱਸਾ ਇੰਨਾ ਆਉਂਦਾ ਕਿ ਉਹਨਾਂ ਦਾ ਕੰਟਰੋਲ ਨਹੀਂ ਰਹਿੰਦਾ ਆਪਦੇ ਆਪ 'ਤੇ। ਅਤੇ ਉਸ ਹਾਲਤ ਵਿੱਚ ਉਹਨਾਂ ਨੂੰ ਦੇਖੋ ਤਾਂ ਮਾਲੂਮ ਹੁੰਦਾ ਕਿ ਉਹਨਾਂ ਦੇ ਦਿਲ ਵਿੱਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ। ਜੇ ਉਹਨਾਂ ਨੂੰ ਲੜਦੇ ਦੇਖੋ ਤਾਂ ਐਂ ਲੱਗਦਾ ਕਿ ਉਹਨਾਂ 'ਚ ਕੋਈ ਪਿਆਰ ਨਹੀਂ ਹੈ, ਕਿਸੇ 'ਤੇ ਤਰਸ ਨਹੀਂ ਕਰਦੇ। ਪਰ ਵਾਸਤਵਿਕਤਾ ਕੀ ਹੈ ਕਿ ਉਸ ਵਕਤ ਵੀ ਉਹ ਨਰਮ ਹੁੰਦੇ ਹੈ, ਕੋਮਲ ਹੁੰਦੇ ਹੈ। ਕੇਵਲ ਇਹ ਕੋਮਲਤਾ ਅਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਤਾਂ ਉਹਨਾਂ ਦੇ ਕੋਮਲਤਾ ਦੇ ਉੱਤੇ ਗੁੱਸੇ ਦਾ ਜਿਹੜਾ ਹੈ ਇੱਕ ਕਵਰ ਲੱਗਿਆ ਹੁੰਦਾ ਹੈ। ਇਸ ਗੁੱਸੇ 'ਤੇ ਝਲਪਣੇ ਦਾ ਕਾਰਨ ਉਹਨਾਂ ਦੀ ਜ਼ਿੰਦਗੀ ਦਾ ਪਿੱਛਾ ਫੁੱਲਣ 'ਤੇ
ਮਾਲੂਮ ਹੁੰਦਾ ਹੈ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਜੇ ਆਪਾਂ ਉਹਨਾਂ ਦੇ ਬੈਕਗਰਾਊਂਡ 'ਚ ਜਾਈਏ ਨਾ, ਉਹਨਾਂ ਦੇ ਜੀਵਨ ਦੀ ਬੈਕਗਰਾਊਂਡ ਬਾਰੇ ਜਾਣਨਾ ਚਾਹੀਏ ਤਾਂ ਕੀ ਪਤਾ ਲੱਗਦਾ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਅਤੇ ਝੋਲੀ ਪੁੱਤਰਾਂ ਧੀਆਂ ਤੋਂ ਖਾਲੀ ਰਹੀ। ਬੱਚੇ ਘਰ ਸੀ ਨਹੀਂ, ਕੋਈ ਧੀ ਪੁੱਤ ਪੈਦਾ ਨਹੀਂ ਹੋਇਆ। ਅਤੇ ਕਿਸੇ ਨੇ ਗੱਲ ਵਿੱਚ ਛੋਟੀ ਛੋਟੀਆਂ ਬਾਹਾਂ ਪਾ ਕੇ ਇਹ ਨਹੀਂ ਕਿਹਾ, ਬੇਜੀਓ ਬੀਬੀ ਜੀ, ਮਾਂ ਜੀ ਮੈਂ ਕਿੱਡਾ ਸੋਹਣਾ ਵਾਂ, ਮੈਂ ਕਿੰਨਾ ਸੋਹਣਾ। ਭਾਵ ਨੂੰ ਧੀਆਂ ਪੁੱਤਰਾਂ ਦਾ ਪਿਆਰ ਨਹੀਂ ਮਿਲਿਆ। ਮੈਂ ਕਈ ਵਾਰ ਵੱਡੇ ਵੱਡੇ ਕਥਕੜ ਦੇਖੇ, ਕਥਕੜ ਕਥਾਕਾਰ ਜਿਹੜੇ ਕਥਾ ਕਰਦੇ ਹਨ। ਆਪਾਂ ਦੇਖਦੇ ਹਾਂ ਨਾ, ਸਮਾਗਮ ਹੁੰਦੇ ਹੈ, ਸੰਗਤ ਸਤਸੰਗ ਹੁੰਦੀ ਆ, ਉੱਥੇ ਕਹਾਣੀਕਾਰ ਆਉਂਦੇ ਹਨ, ਕਥਾ ਸੁਣਾਉਂਦੇ ਹਨ। ਜੋ ਬਾਹਰ ਪੰਡਾਲਾਂ ਵਿੱਚ ਕਥਾ ਕਰਦੇ ਹਨ ਜਾਂ ਵਿਆਖਿਆਨ ਦਿੰਦੇ, ਲੈਕਚਰ ਦਿੰਦੇ ਹੋਏ ਜਾਂ ਕਥਾ ਸੁਣਾਉਂਦੇ ਹੋਏ ਲੋਕਾਂ ਨੂੰ ਆਪਣੀਆਂ ਸਿਆਣਪਾਂ ਅਤੇ ਵਿੱਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਹਨ। ਉਹ ਕਥਾ ਇੰਨੀ ਸੋਹਣੀ ਕਰਦੇ ਹੈ ਕਿ ਐਂ ਲੱਗਦਾ ਕਿ ਇਹਨਾਂ ਨੂੰ ਬਹੁਤ ਨੌਲੇਜ ਹੈ, ਬਹੁਤ ਸਿਆਣੇ ਹਨ। ਅਤੇ ਪਰ ਵਾਸਤਵਿਕਤਾ ਇਹਨਾਂ ਤੋਂ ਉਲਟ ਹੈ। ਜੇ ਕੋਈ ਦੁਖੀਆ ਜਾਂ ਲੋੜਵੰਦ ਉਹਨਾਂ ਦੇ ਦਰ 'ਤੇ ਜਾ ਕੇ ਖੜੋਵੇ ਤਾਂ 4-4 ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ। ਜੇ ਕੋਈ ਦੁਖੀ ਵਿਅਕਤੀ ਜਾਂ ਕੋਈ ਜ਼ਰੂਰਤਮੰਦ ਉਹਨਾਂ ਦੇ ਜਾਂਦਾ ਨਾ ਘਰ, ਤਾਂ 4-4 ਘੰਟੇ ਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ ਮਿਲਣ ਲਈ। ਅਤੇ ਫਿਰ ਵੀ ਉਹਨਾਂ ਦੇ ਮਨ ਵਿੱਚ ਹਮਦਰਦੀ ਨਹੀਂ ਆਉਂਦੀ। ਅੱਖਾਂ ਨਾਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਰਹਿੰਦੀਆਂ ਹਨ। ਨਾਮਰੂਦ ਹੁੰਦਾ ਕਾਫਰ, ਜਿਹਨੂੰ ਰੱਬ 'ਤੇ ਵਿਸ਼ਵਾਸ ਨਹੀਂ ਹੁੰਦਾ, ਤਾਂ ਉਹਨਾਂ ਦੀਆਂ ਅੱਖਾਂ ਐਂ ਦਿਸਦੀਆਂ ਜਿਵੇਂ ਕਿਸੇ ਕਾਫਰ ਦੀਆਂ ਅੱਖਾਂ ਹੋਣ। ਉਹਨਾਂ ਵਿੱਚ ਕੋਈ ਤਰਸ ਨਹੀਂ, ਕੋਈ ਦਇਆ ਨਹੀਂ, ਤਰਸ ਜਾਂ ਪਿਆਰ ਨਾਲ ਸੇਜਲ ਨਹੀਂ ਹੋਈਆਂ। ਉਹਨਾਂ ਦੇ ਮਤਲਬ ਅੱਖਾਂ ਪਿਆਰ ਨਾਲ ਕਦੇ ਭਰੀਆਂ ਹੀ ਨਹੀਂ। ਐਡੀ ਕੜਾਈ ਦਾ ਕਾਰਨ ਕੇਵਲ ਇਹ ਕਿ ਇਹੋ ਜਿਹੇ ਸੱਜਣ ਦੀ ਵਹੁਟੀ ਕਿਹਾ ਕਰਦੀ ਹੈ, ਭਾਈ ਹੋਰੀ ਆਪਣੀ ਸਾਰੀ ਜ਼ਿੰਦਗੀ ਹੈਂਡਬੈਗ ਨਾਲ ਮੋਟਰਾਂ ਗੱਡੀਆਂ ਦੇ ਸਫ਼ਰ ਵਿੱਚ ਟਪਾ ਛੱਡਦੇ ਹਨ। ਤਾਂ ਜੇ ਉਹਨਾਂ ਦੀ ਪਤਨੀ ਨਾਲ ਗੱਲ ਕਰੋ ਨਾ, ਤਾਂ ਉਹ ਦੱਸਦੀ ਹੈ ਕਿ ਜਿਹੜੇ ਕਥਾ ਕਹਿਣ ਵਾਲੇ ਭਾਈ ਜੀ ਹਨ ਨਾ, ਇਹ ਸਾਰੀ ਉਮਰ ਹੈਂਡਬੈਗ ਲੈ ਕੇ ਮੋਟਰਾਂ ਕਾਰਾਂ ਵਿੱਚ ਸਫ਼ਰ ਕਰਦੇ ਹਨ, ਘੁੰਮਦੇ ਹਨ। ਇਸ ਲਈ ਉਹਨਾਂ ਦੇ ਵਿੱਚ ਮਨ ਵਿੱਚ ਘਰ ਦਾ ਪਿਆਰ, ਘਰ ਦਾ ਮੋਹ ਹੁੰਦਾ ਹੀ ਨਹੀਂ। ਇਸ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਰਸ ਤੋਂ ਖਾਲੀ, ਕੋਰੀ, ਮਤਲਬ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਪਿਆਰ ਨਹੀਂ ਹੁੰਦਾ, ਬਲੈਂਕ ਹੁੰਦੀ ਉਹਨਾਂ ਦੀ ਜ਼ਿੰਦਗੀ, ਕੋਈ ਮੋਹ ਪਿਆਰ ਨਹੀਂ ਹੁੰਦਾ। ਇਹੋ ਜਿਹੇ ਉਪਦੇਸ਼ਕ ਅਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਅਤੇ ਪੈਗੰਬਰਾਂ ਦੇ ਜੀਵਨ ਵੀ ਆਪਣੇ ਨਮੂਨੇ ਉੱਤੇ ਢਾਲਦੇ ਹੋਏ ਉਹਨਾਂ ਮਹਾਂਪੁਰਖਾਂ ਨੂੰ ਵੀ ਆਪਣੇ ਜਿਹੇ ਕੋਰੇ ਅਤੇ ਘਰੋਗੀ ਪਿਆਰ ਤੋਂ ਸੱਖਣੇ ਬਣਾ ਕੇ ਦੱਸਦੇ ਹਨ। ਅਤੇ ਜਿਹੜੇ ਇਹ ਜਿਹੇ ਉਪਦੇਸ਼ਕ ਹੁੰਦੇ ਆ ਨਾ, ਉਪਦੇਸ਼ ਦੇਣ ਵਾਲੇ ਜਾਂ ਰਾਈਟਰ ਹੁੰਦੇ ਹੈ, ਉਹ ਵੱਡੇ ਵੱਡੇ ਜਿਹੜੇ ਗੁਰੂ ਹੋਏ, ਪੈਗੰਬਰ ਹੋਏ, ਉਹਨਾਂ ਦੇ ਜੀਵਨ ਨੂੰ ਵੀ ਇਸ ਤਰ੍ਹਾਂ ਪੇਸ਼ ਕਰਦੇ ਹੈ ਕਿ ਗੁਰੂ ਸਾਹਿਬਾਨ ਜਾਂ ਵੱਡੇ ਵੱਡੇ ਮਹਾਨ ਪੁਰਖ ਘਰ ਦੇ ਪਿਆਰ ਤੋਂ ਬਿਨਾਂ ਹੀ ਰਹੇ। ਉਹਨਾਂ ਦੇ ਵਿੱਚ ਘਰ ਦੇ ਪ੍ਰਤੀ ਕੋਈ ਪਿਆਰ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਜੀਵਨ ਇਉਂ ਦੱਸਦੇ ਹਨ ਜਿਵੇਂ ਉਹ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਘੇ ਹੀ ਨਹੀਂ ਹੁੰਦੇ। ਤੁਸੀਂ ਕੋਈ ਵੀ ਕਥਾ ਸੁਣ ਲਓ, ਉਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਦੱਸੀ ਹੋਏਗੀ ਇਹਨਾਂ ਕਥਾਕਾਰਾਂ ਨੇ ਕਿ ਉਹਨਾਂ ਨੇ ਕਦੇ ਤੋਤਲੀ ਜ਼ਬਾਨ ਵਿੱਚ ਗੱਲਾਂ ਵੀ ਕੀਤੀਆਂ। ਉਹਨਾਂ ਨੂੰ ਬਾਲਪਨ ਤੋਂ ਹੀ ਸਿਆਣੀਆਂ ਅਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੋਏ ਦੱਸਦੇ ਹਨ, ਜਿਤਨੀ ਕਿ ਵੱਡੀ ਉਮਰ ਵਿੱਚ ਕਰਦੇ ਸਨ। ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਬੱਚਿਆਂ ਦਾ ਭੋਲਾਪਨ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ, ਰੁਸੇਵੀਂ ਮਹਾਂਪੁਰਖਾਂ ਦੀ ਬਣਤਰ ਲਈ ਓਨੇ ਹੀ ਜ਼ਰੂਰੀ ਹਨ ਜਿੰਨੇ ਆਮ ਮਨੁੱਖ ਲਈ। ਵੀ ਜਿਹੜੇ ਵੱਡੇ ਵੱਡੇ ਮਹਾਨ ਪੁਰਖ ਹੋਏ ਆ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਤਾਂ ਭੈਣ ਭਰਾ ਦਾ ਪਿਆਰ, ਘਰ ਦਾ ਪਿਆਰ ਓਨਾ ਹੀ ਜ਼ਰੂਰੀ ਹੈ ਜਿੰਨਾ ਆਮ ਮਨੁੱਖ ਦੇ ਹੈ। ਇਸ ਤਜਰਬੇ ਵਿੱਚੋਂ ਲੰਘਣ ਲਈ ਖਿਆਲਾਂ, ਵਲਵਲਿਆਂ ਅਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ 'ਤੇ ਹੁੰਦੀ ਹੈ। ਅਤੇ ਜੇ ਇਹ ਐਕਸਪੀਰੀਅੰਸ ਤਾਂ ਹੀ ਹੋ ਸਕਦਾ ਹੈ ਜੇ ਖੁਦ ਇਹਨਾਂ ਭਾਵਨਾਵਾਂ ਵਿੱਚੋਂ ਗੁਜ਼ਰੇ ਹੋਣ ਅਤੇ ਉਹਨਾਂ 'ਤੇ ਅਮਲ ਕੀਤਾ ਹੋਵੇ, ਮਤਲਬ ਉਹਨਾਂ ਨੂੰ ਲਾਗੂ ਕੀਤਾ ਹੋਵੇ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ,
ਉਹਨਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ। ਅਤੇ ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰਨੀ ਹੁੰਦੀ ਹੈ ਉਹਨਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਅਤੇ ਰੋਸਾ, ਉਦਰੇਵਾਂ ਮਤਲਬ ਦੂਰ ਹੋਣਾ, ਰੋਸਾ ਗੁੱਸੇ ਹੋਣਾ, ਭੈਣ ਦੀ ਥਾਂ ਥਾਂ 'ਤੇ ਵੀਰ ਨੂੰ ਬਚਾਉਣਾ ਇੱਕ ਅਜਿਹਾ ਚੌਗਿਰਦਾ ਬਣਾ ਰੱਖਦਾ ਹੈ। ਚੌਗਿਰਦਾ ਚਾਰ ਚੁਫੇਰਾ, ਜਿਸ ਤੋਂ ਉਹਨਾਂ ਦੇ ਵਲਵਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ ਅਤੇ ਸਿੱਕਾਂ ਸਿੱਕਣ ਅਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਭਾਵ ਜੇ ਉਹ ਪਰਮਾਤਮਾ ਨਾਲ ਜੁੜਦੇ ਹਨ ਨਾ ਅਤੇ ਪਰਮਾਤਮਾ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ ਤਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਯੋਗਦਾਨ ਹੁੰਦਾ ਹੈ। ਘਰ ਦਾ ਪਿਆਰ, ਮਾਂ ਬਾਪ ਦਾ ਪਿਆਰ, ਭੈਣਾਂ ਭਰਾਵਾਂ ਦੀ ਜ਼ਰੂਰਤ ਅਤੇ ਸਹਾਇਤਾ ਭੈਣ ਭਰਾ ਦੀ ਇੱਕ ਦੂਜੇ ਲਈ, ਇਹ ਸਾਰਾ ਜਿਹੜਾ ਹੈ ਆਲਾ ਦੁਆਲਾ ਉਹਨਾਂ ਨੂੰ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਉਹਨਾਂ ਨੇ ਈਸਾ ਦੇ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ। ਜਿਨ੍ਹਾਂ ਨੇ ਜ਼ਰੂਰਤ ਨਹੀਂ ਸਮਝੀ ਨਾ ਬਚਪਨ ਬਾਰੇ ਦੇਣ ਨੂੰ, ਉਹਨਾਂ ਨੇ ਬਚਪਨ ਤੋਂ ਬਿਨਾਂ ਹੀ ਉਹਨਾਂ ਦੀ ਜੀਵਨੀ ਲਿਖ ਦਿੱਤੀ ਅਤੇ ਬੁੱਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਰੰਗ ਵਿੱਚ ਰੰਗਿਆ, ਕੁਝ ਮਾੜੇ ਰੰਗ ਵਿੱਚ, ਬਦਸੂਰਤ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਬੁੱਧ ਮਹਾਰਾਜ ਜੀ ਦੇ ਮਾਤਾ ਪਿਤਾ ਦੇ ਆਚਰਣ ਨੂੰ ਦਿਖਾਇਆ ਹੈ। ਜੇ ਲਿਖਾਰੀਆਂ ਨੂੰ ਖਿਆਲ ਹੁੰਦਾ ਕਿ ਮਹਾਂਪੁਰਖ ਵੀ ਘਰ ਦੇ ਆਲੇ ਦੁਆਲੇ ਵਿੱਚੋਂ ਚੰਗਾ ਅਸਰ ਲੈ ਸਕਦੇ ਹਨ ਤਾਂ ਉਹ ਇਹਨਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ। ਜੇ ਉਹਨਾਂ ਨੂੰ ਇਹ ਸਿਰਫ ਇਹ ਖਿਆਲ ਵੀ ਹੁੰਦਾ ਨਾ ਕਿ ਘਰ ਦੇ ਚਾਰ ਚੁਫੇਰੇ ਤੋਂ ਚੰਗਾ ਅਸਰ ਮਿਲਦਾ ਹੈ ਤਾਂ ਉਹ ਇਹਨਾਂ ਮਹਾਂਪੁਰਖਾਂ ਦੇ ਮਾਤਾ ਪਿਤਾ ਦਾ ਜਿਹੜਾ ਹੈ ਜ਼ਿਕਰ ਵਰਣਨ ਬੜੇ ਸਤਿਕਾਰ ਨਾਲ ਕਰਦੇ। ਉਹਨਾਂ ਦੇ ਘਰੋਗੀ ਚੌਗਿਰਦੇ ਵਿੱਚੋਂ ਵੀ ਕੁਝ ਮਹਾਨਤਾ ਦੇ ਚਿੰਨ੍ਹ ਲੱਭਣ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਦੇ ਬਚਪਨ ਵਿੱਚੋਂ ਵੀ ਮਹਾਨ ਗੱਲਾਂ ਲੱਭਣ ਦੀ ਕੋਸ਼ਿਸ਼ ਕਰਦੇ। ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ ਵਧੇਕ ਤੋਂ ਵਧੇਕ, ਵੱਧ ਤੋਂ ਵੱਧ ਦਰਦਨਾਕ ਅਤੇ ਰੋਮਾਂਚ ਕਰ ਦੇਣ ਵਾਲਾ ਨਜ਼ਾਰਾ ਸਿਰਫ ਉਦੋਂ ਲੱਭਦਾ ਹੈ ਜਿਸ ਵਿੱਚ ਗੁਰੂ ਜੀ ਪ੍ਰਦੇਸ਼ ਯਾਤਰਾ ਕਰਕੇ ਘਰ ਨੂੰ ਪਰਤਦੇ ਹਨ। ਦੂਜੇ ਦੇਸ਼ ਦੀ ਯਾਤਰਾ ਕਰਕੇ ਜਦੋਂ ਘਰ ਪਰਤਣਾ ਵਾਪਸ ਆਉਂਦੇ ਹਨ ਪਰ ਦਿਲ ਨੂੰ ਕਰੜਾ ਕਰਕੇ ਆਪ ਬਾਹਰ ਖੂਹ 'ਤੇ ਬਹਿ ਜਾਂਦੇ ਹਨ ਅਤੇ ਭਾਈ ਮਰਦਾਨੇ ਨੂੰ ਆਪਣੀ ਘਰ ਵਾਲਿਆਂ ਦੀ ਖਬਰ ਸੁਰਤ ਲੈਣ ਲਈ ਪਿੰਡ ਭੇਜਦੇ ਹਨ। ਮਰਦਾਨੇ ਨੂੰ ਭੇਜਦੇ ਹੈ ਕਿ ਤੂੰ ਘਰੇ ਜਾ ਅਤੇ ਘਰਦਿਆਂ ਦੀ ਖਬਰਸਾਰ ਲੈ ਕੇ ਆ, ਪਰ ਕਹਿੰਦੇ ਹਨ ਇਹ ਨਾ ਦੱਸੀ ਕਿ ਮੈਂ ਇੱਥੇ ਆਇਆ ਹਾਂ। ਪਰ ਇਹ ਨਹੀਂ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਬਾਹਰ ਬੈਠੇ ਹੋਏ ਹਨ। ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਜਦੋਂ ਪਹੁੰਚਦਾ ਹੈ, ਘਰ ਦੀ ਸੁੱਖ ਸਾਂਦ ਪੁੱਛ ਕੇ ਵਿਦਾ ਹੋਣ ਲੱਗਦਾ ਹੈ ਤਾਂ ਮਾਤਾ ਜੀ ਵੀ ਉਸ ਦੇ ਪਿੱਛੇ ਪਿੱਛੇ ਪਿੰਡ ਤੋਂ ਬਾਹਰ ਉਸ ਥਾਂ 'ਤੇ ਪੁੱਜਦੇ ਹਨ ਤਾਂ ਮਾਤਾ ਵੀ ਉਹਨਾਂ ਦੇ ਪਿੱਛੇ ਪਿੱਛੇ ਆ ਜਾਂਦੀ ਹੈ ਜਿੱਥੇ ਗੁਰੂ ਜੀ ਬੈਠੇ ਸਨ। ਜੇ ਕਿਸੇ ਨੇ ਮਾਂ ਦੀ ਵੜਿੱਤਨ ਅਤੇ ਅਰਸੀ ਅਸਰ ਨੂੰ ਦੇਖਣਾ ਹੋਵੇ ਤਾਂ ਉਸ ਨਜ਼ਾਰੇ ਦੇ ਹਾਲ ਨੂੰ ਪੜ੍ਹਨ। ਜੇ ਕਿਸੇ ਨੇ ਮਾਂ ਵਿੱਚ ਕਿੰਨਾ ਬੜੱਪਨ ਹੁੰਦਾ ਹੈ, ਵੜਿੱਤਨ ਮਤਲਬ ਕਿੰਨਾ ਬੜੱਪਨ ਹੁੰਦਾ ਹੈ, ਅਤੇ ਮਾਂ ਕਿਵੇਂ, ਜਿਹੜੇ ਮਾਂ ਦਾ ਪਿਆਰ ਹੁੰਦਾ ਹੈ ਉਹ ਅਰਸ਼ ਤੱਕ ਮਤਲਬ ਬਹੁਤ ਉੱਚਾ ਹੁੰਦਾ ਹੈ। ਜੇ ਉਹਨੇ ਕਿਸੇ ਨੇ ਇਹ ਅਸਰ ਦੇਖਣਾ ਹੋਵੇ ਤਾਂ ਉਹ ਇਸ ਨਜ਼ਾਰੇ ਦਾ ਹਾਲ ਪੜ੍ਹਨ। ਕਿਹੜਾ ਨਜ਼ਾਰਾ? ਜਦੋਂ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਕੋਲ ਪਹੁੰਚਦੇ ਹਨ। ਮਾਤਾ ਆਪਣੇ ਪੁੱਤਰ ਨੂੰ ਵੇਖ ਕੇ ਬੇਬਲ ਹੋ ਉੱਠਦੀ ਹੈ, ਬੇਬਲ ਬੇਚੈਨ ਹੋ ਉੱਠਦੀ ਹੈ, ਉਤਾਵਲੀ ਹੋ ਜਾਂਦੀ ਹੈ ਅਤੇ ਮਮਤਾ ਭਰੇ ਸ਼ਬਦ ਲਫ਼ਜ਼ ਦਾ ਮਤਲਬ ਸ਼ਬਦ ਕਹਿੰਦੀ ਹੈ। ਉਹਨਾਂ ਦਾ ਕਰੁਣਾ ਰਸ ਉੱਚੀ ਤੋਂ ਉੱਚੀ ਕਵਿਤਾ ਅਤੇ ਉੱਚੇ ਤੋਂ ਉੱਚੇ ਵਲਵਲੇ ਨੂੰ ਮਾਤ ਦਿੰਦਾ ਹੈ। ਜਦੋਂ ਉਹ ਜੋ ਸ਼ਬਦ ਕਹਿੰਦੇ ਹਨ ਨਾ, ਉਹ ਸ਼ਬਦ ਇੰਨੇ ਉੱਚੇ ਹੁੰਦੇ ਹੈ ਕਿ ਕਿਸੇ ਚੰਗੀ ਕਰੁਣਾ ਰਸ ਨਾਲ ਭਰੀ ਹੋਈ ਕਵਿਤਾ ਵਿੱਚ ਵੀ ਨਹੀਂ ਹੁੰਦੇ। ਇਸ ਤਰ੍ਹਾਂ ਦਾ ਰਸ ਤਾਂ ਉਹਨੂੰ ਵੀ ਮਾਤ ਕਰ ਦਿੰਦਾ ਹੈ, ਭਾਵ ਉਸ ਤੋਂ ਵੀ ਵੱਡਾ ਹੁੰਦਾ ਹੈ। ਜਿਹੜੇ ਉਹਨਾਂ ਦੇ ਵੱਡੇ ਹੁੰਦੇ ਹਨ, ਜਿਹੜੇ ਉਹਨਾਂ ਦੇ ਸ਼ਬਦ ਹੁੰਦੇ ਹਨ।
ਪੁੱਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ, ਵੇ ਬੱਚਾ ਮੈਂ ਵਾਰੀ, ਮੈਂ ਤੇਥੋਂ ਵਾਰੀ, ਮੈਂ ਉਹਨਾਂ ਦੇਸਾਂ ਤੋਂ ਵਾਰੀ। ਮਾਂ ਕਹਿੰਦੀ ਹੈ ਕਿ ਹੇ ਬੱਚਾ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ, ਮੈਂ ਉਹਨਾਂ ਦੇਸਾਂ ਤੋਂ ਵੀ ਕੁਰਬਾਨ ਜਾਂਦੀ ਹਾਂ, ਮੈਂ ਉਹਨਾਂ ਰਾਸਤਿਆਂ ਤੋਂ ਵੀ ਕੁਰਬਾਨ ਜਾਂਦੀ ਹਾਂ ਜਿਨ੍ਹਾਂ ਰਾਹਾਂ ਤੋਂ ਤੂੰ ਚੱਲ ਕੇ ਆਇਆ ਹੈ, ਮੈਂ ਉਸ ਰਾਸਤੇ ਤੋਂ ਵੀ ਕੁਰਬਾਨ ਜਾਂਦੀ ਹਾਂ ਜਿੱਥੋਂ ਤੂੰ ਤੁਰ ਕੇ ਆਇਆ ਹੈ। ਅਤੇ ਜੇ ਕੋਈ ਸੁੱਕਾ ਫਿਲਾਸਫਰ ਹੁੰਦਾ ਤਾਂ ਉਸ ਵੇਲੇ ਆਪਣੀ ਮਾਂ ਨੂੰ ਕਹਿੰਦਾ, ਜਾ ਭਾਈ ਜਾ, ਇਹਨਾਂ ਤੇਲਾਂ ਵਿੱਚ ਤੇਲ ਨਹੀਂ, ਤੂੰ ਚਲੀ ਜਾ ਮਾਂ, ਮੈਂ ਹੁਣ ਘਰ ਵਾਪਸ ਨਹੀਂ ਆਉਣਾ, ਤੂੰ ਐਵੇਂ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈ, ਭਾਵ ਤੂੰ ਮੈਨੂੰ ਆਪਣੇ ਪਿਆਰ ਵਿੱਚ ਦ੍ਰਵਿਤ ਕਰਨ ਆਈ ਹੈ, ਮੈਂ ਘਰ ਨਹੀਂ ਜਾਣਾ। ਨਹੀਂ, ਗੁਰੂ ਜੀ ਮਾਤਾ ਦੇ ਬਚਨ ਸੁਣ ਕੇ ਫਿੱਸ ਪਏ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਦੇਵ ਜੀ 'ਤੇ ਅਸਰ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਮਾਤਾ ਦੇ ਬਚਨ ਸੁਣੇ, ਉਹ ਰੋਣ ਲੱਗ ਪਏ ਅਤੇ ਚਰਨਾਂ ਉੱਤੇ ਖੂਬ ਰੋਏ। ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਜੋ ਹੰਝੂ ਨਿਕਲੇ ਨਾ, ਅਥਰੂ ਆਂਸੂ ਨਿਕਲੇ, ਉਹ ਬਹੁਤ ਸਾਰੇ ਗਿਆਨ ਧਿਆਨ ਦਾ ਨਿਚੋੜ ਸਨ, ਭਾਵ ਰਸ ਸਨ। ਹਜ਼ਾਰ ਫਰਜ਼ਾਂ ਅਤੇ ਪਰਉਪਕਾਰਾਂ ਦੀ ਜੜ ਨੂੰ ਸਿੰਜਣ ਵਾਲੇ ਸਨ। ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਅਸਰ ਘੱਟ ਸੀ? ਕੀ ਗੁਰੂ ਨਾਨਕ ਦੇਵ ਜੀ ਦੇ ਮਨ ਉੱਤੇ ਉਹਨਾਂ ਦੀ ਨਾਨਕੀ ਦੇ ਪਿਆਰ ਦਾ ਅਸਰ ਨਹੀਂ ਸੀ, ਜਿਸ ਨੇ ਬਚਪਨ ਵਿੱਚ ਲੋਰੀਆਂ ਦੇ ਕੇ ਕੁੱਛੜ ਚੁੱਕ ਕੇ ਪਾਲਿਆ ਸੀ? ਉਹ ਭੈਣ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਲੋਰੀਆਂ ਦੇ ਕੇ ਸਵਾਇਆ, ਕੁੱਛੜ ਚੱਕਿਆ, ਮਤਲਬ ਗੋਦੀ ਵਿੱਚ ਚੁੱਕਿਆ, ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਹਿਆ। ਜਦੋਂ ਗੁਰੂ ਨਾਨਕ ਦੇਵ ਜੀ ਖਰੇ ਸੌਦੇ ਕਰਕੇ ਆਏ ਤਾਂ ਉਹਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ। ਜੇ ਉਹ ਨਾਨਕ ਸਨ ਤਾਂ ਕੀ ਉਹ ਨਾਨਕੀ ਨਹੀਂ ਸੀ? ਜੇ ਗੁਰੂ ਨਾਨਕ ਦੇਵ ਜੀ ਨਾਨਕ ਸਨ ਤਾਂ ਕੀ ਉਹਨਾਂ ਦੀ ਭੈਣ ਨਾਨਕੀ ਵਿੱਚ ਕੋਈ ਮਹਾਨਤਾ ਨਹੀਂ ਸੀ? ਉਹਨਾਂ ਵਿੱਚ ਵੀ ਮਹਾਨਤਾ ਸੀ। ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਬੀਵੀ ਖਦੀਜਾ ਦਾ ਅਸਰ ਘੱਟ ਸੀ? ਜੇ ਆਪਾਂ ਮੁਹੰਮਦ ਸਾਹਿਬ ਦੀ ਜੀਵਨੀ ਪੜ੍ਹੀਏ ਤਾਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਘਰਵਾਲੀ ਖਦੀਜਾ ਦਾ ਬਹੁਤ ਅਸਰ ਸੀ। ਔਖੇ ਤੋਂ ਔਖੇ ਸਮੇਂ ਵਿੱਚ ਉਹਨਾਂ ਨੇ ਮੁਹੰਮਦ ਸਾਹਿਬ ਦੀ ਸਹਾਇਤਾ ਕੀਤੀ। ਉਹਨਾਂ ਦੇ ਆਦਰਸ਼ ਜੀਵਨ ਨੂੰ ਪਹਿਲਾਂ ਸਮਝ ਕੇ ਉਸ ਵਿੱਚ ਯਕੀਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਸਮਝਿਆ ਕਿ ਮੁਹੰਮਦ ਸਾਹਿਬ ਕਿੰਨੇ ਮਹਾਨ ਹਨ, ਉਹਨਾਂ 'ਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। ਜਦੋਂ ਹਜ਼ਰਤ ਮੁਹੰਮਦ ਨੂੰ ਖੁਦਾ ਵੱਲੋਂ ਜਿਹੜੀ ਬਾਣੀ ਉਤਰਦੀ ਸੀ, ਜਦੋਂ ਖੁਦਾ ਵੱਲੋਂ ਉਹਨਾਂ ਨੂੰ ਕੋਈ ਹੁਕਮ ਹੁੰਦਾ ਸੀ ਨਾ, ਰੱਬ ਵੱਲੋਂ ਬਾਣੀ ਉਤਰਦੀ, ਖੁਦਾ ਵੱਲੋਂ ਕੋਈ ਹੁਕਮ ਹੁੰਦਾ, ਤਾਂ ਉਹ ਥੱਕ ਕੇ ਇੰਨੇ ਨਿੱਸਲ ਹੋ ਜਾਂਦੇ, ਤਾਂ ਉਹ ਬਹੁਤ ਥੱਕ ਜਾਂਦੇ ਸਨ, ਨਿਢਾਲ ਹੋ ਜਾਂਦੇ ਸਨ। ਤਾਂ ਉਹਨਾਂ ਨੂੰ ਆਰਾਮ ਦੇ ਕੇ ਮੁੜ ਅਸਲੀ ਹਾਲਤ 'ਤੇ ਲਿਆਉਣ ਵਾਲੀ ਖਦੀਜਾ ਸੀ। ਉਹਨਾਂ ਨੂੰ ਵਾਪਸ ਉਸੇ ਸਥਿਤੀ, ਪਹਿਲਾਂ ਵਾਲੀ ਸਥਿਤੀ ਵਿੱਚ ਕੌਣ ਲਿਆਉਂਦਾ ਸੀ? ਉਹਨਾਂ ਦੀ ਪਤਨੀ, ਜੋ ਉਹਨਾਂ ਦਾ ਸਿਰ ਆਪਣੇ ਪੱਟਾਂ ਉੱਤੇ ਰੱਖ ਕੇ ਸਾਰੇ ਥਕੇਵੇਂ ਦੂਰ ਕਰ ਦਿੰਦੀ ਸੀ, ਉਹਨਾਂ ਦਾ ਥਕਾਵਟ ਉਹਨਾਂ ਦੀ ਲਾ ਦਿੰਦੀ ਸੀ। ਇਸੇ ਤਰ੍ਹਾਂ ਹੀ ਜੇ ਕਾਰਲਾਈਲ ਆਪਣੀ ਬੀਵੀ ਨੂੰ ਪਿਆਰ ਕਰਦਾ ਤਾਂ ਇੰਨਾ ਕ੍ਰਿਜੂ ਅਤੇ ਸੜੂ ਨਾ ਹੁੰਦਾ। ਜੇ ਕਾਰਲਾਈਲ ਨਾ ਆਪਣੀ ਪਤਨੀ ਨੂੰ ਪਿਆਰ ਕਰਦਾ ਹੁੰਦਾ ਨਾ ਤਾਂ ਇੰਨਾ ਗੁੱਸੇ ਵਾਲਾ ਅਤੇ ਸੜੀਅਲ ਨਹੀਂ ਹੋਣਾ ਸੀ। ਉਹ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਅਤੇ ਬਾਹਰ ਬਰਾਂਡੇ ਵਿੱਚ ਜਿਹੜੀ ਉਹਦੀ ਵਹੁਟੀ ਹੈ, ਪਤਨੀ ਹੈ, ਆਏ ਗਏ ਨੂੰ ਤਰਾਂਦੀ ਰਹਿੰਦੀ, ਡਰਾਉਂਦੀ ਰਹਿੰਦੀ। ਜਦ ਕਦੀ ਉਹ ਹਿੰਮਤ ਕਰਕੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿੱਚ ਕੇ ਉਹਨੂੰ ਖਾਣ ਨੂੰ ਪੈਂਦਾ, ਡਾਂਟ ਦਿੰਦਾ ਅਤੇ ਉਹਨੂੰ ਬਾਹਰ ਕੱਢ ਦਿੰਦਾ ਸੀ। ਉਸ ਦੇ ਸਾਰੇ ਸੰਸਾਰ ਨੂੰ ਚੁੱਪ ਅਤੇ ਮਜ਼ਮੂਨ ਉੱਤੇ ਅਮੋਘ ਸਿੱਖਿਆ ਦੇਣ ਦਾ ਕੀ ਲਾਭ? ਭਾਵ ਜੇ ਉਹਨੇ ਸਾਰੀ ਦੁਨੀਆ ਨੂੰ ਚੁੱਪ ਰਹਿਣ ਦਾ ਸੰਦੇਸ਼ ਦਿੱਤਾ ਤਾਂ ਉਹਦਾ ਕੀ ਫਾਇਦਾ ਹੈ? ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ। ਚੁੱਪ ਦਾ ਮਜ਼ਮੂਨ, ਚੁੱਪ ਦੇ ਵਿਸ਼ੇ ਉੱਤੇ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ।
ਜਦ ਉਸਦੀ ਆਪਣੀ ਕਲਮ ਚੁੱਪ ਨਹੀਂ ਕਰਦੀ, ਉਹਦੀ ਕਲਮ ਤਾਂ ਚੱਲਦੀ ਰਹਿੰਦੀ ਹੈ, ਉਹ ਅਹਿਮਕ ਨਾਈ ਦੀ ਕੈਂਚੀ ਵਾਂਗ ਲੁਤਰ ਲੁਤਰ ਕਰਦੀ ਸੀ। ਤਾਂ ਉਹ ਅਹਿਮਕ ਜਿਹੜਾ ਨਾਈ ਹੈ ਉਹਦੀ ਕੈਂਚੀ ਵਾਂਗ ਮਤਲਬ ਚੱਲਦੀ ਰਹਿੰਦੀ, ਲਗਾਤਾਰ ਕਲਮ ਉਹਦੀ ਚੱਲਦੀ ਰਹਿੰਦੀ ਸੀ। ਉਸਦੇ ਲੰਮੇ ਲੰਮੇ ਲੇਖ ਲੋਕਾਂ ਨੂੰ ਚਾਬਕ ਵਾਂਗ ਵਰਗੀ ਤਾੜਨਾ ਕਰਨ ਦਾ ਕੀ ਲਾਭ, ਜੋ ਆਪ ਘਰ ਦੀ ਸਵਾਣੀ ਨੂੰ ਵੀ ਆਰਾਮ ਨਾ ਦੇ ਸਕਿਆ। ਤਾਂ ਭਾਵ ਕਹਿਣ ਦਾ ਕਿ ਉਹਦੇ ਲਿਖਤਾਂ ਲਿਖਣ ਦਾ ਚੁੱਪ ਦੇ ਵਿਸ਼ੇ ਉੱਤੇ ਜਾਂ ਲੰਬੇ ਲੰਬੇ ਲੇਖ ਲਿਖਣ ਦਾ ਕੋਈ ਫਾਇਦਾ ਨਹੀਂ ਜੇ ਉਹਨੇ ਆਪਣੀ ਪਤਨੀ ਨੂੰ ਜੀਵਨ ਵਿੱਚ ਕੋਈ ਸੁੱਖ ਨਹੀਂ ਦਿੱਤਾ, ਕੋਈ ਆਰਾਮ ਨਹੀਂ ਦਿੱਤਾ। ਅੱਜ ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਘਰੋਗੀ ਵਸੋਂ ਦਾ ਘਾਟਾ ਹੈ। ਜਿਹੜਾ ਦੁਰਾਚਾਰ ਹੋ ਰਿਹਾ ਨਾ, ਮਾੜਾ ਵਿਹਾਰ ਹੋ ਰਿਹਾ ਲੋਕਾਂ ਦਾ, ਉਹਦਾ ਸਭ ਤੋਂ ਵੱਡਾ ਰੀਜ਼ਨ ਪਤਾ ਕੀ ਹੈ? ਬਾਜ਼ਾਰੀ ਰਹਿਣੀ ਬਹਿਣੀ ਵਿੱਚ ਵਾਧਾ ਹੈ। ਲੋਕ ਬਾਹਰ ਰਹਿਣਾ ਪਸੰਦ ਕਰਦੇ ਹੈ, ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ। ਭਾਵ ਉਹ ਇਹ ਨਹੀਂ ਜਾਣਦੇ ਕਿ ਅੱਛਾ ਆਚਰਨ ਘਰ ਵਿੱਚ ਬਣਦਾ ਹੈ। ਉਹ ਆਪਣਾ ਸਮਾਂ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਬਿਤਾਉਣ ਦੀ ਬਜਾਏ ਕੀ ਕਰਦੇ ਹੈ? ਹੋਟਲਾਂ ਅਤੇ ਕਲੱਬਾਂ ਵਿੱਚ ਰਹਿਣਾ ਪਸੰਦ ਕਰਦੇ ਹੈ। ਤਾਂ ਉਹਦਾ ਨਤੀਜਾ ਕੀ ਨਿਕਲ ਰਿਹਾ ਹੈ ਕਿ ਸਮਾਜ ਵਿੱਚੋਂ ਜਿਹੜਾ ਬਿਰਾਦਰੀ ਵਾਲੀ ਸ਼ਰਾਫਤ ਹੈ, ਮਿੱਠਤ ਹੈ, ਨਿਮਰਤਾ ਵਾਲੇ ਗੁਣ ਹੈ, ਘਰ ਵਿੱਚ ਰਹਿਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਘਟਦੀ ਜਾ ਰਹੀ ਹੈ। ਘਰੋਗੀ ਆਚਰਨ ਤੋਂ ਹੀ ਜਿਹੜੀ ਸਾਰੀਆਂ ਚੀਜ਼ਾਂ, ਜਿਹੜੇ ਗੁਣ ਹੈ ਨਾ, ਸ਼ਰਾਫਤ, ਮਿੱਠਾ ਬੋਲਣਾ, ਜ਼ਿੰਮੇਵਾਰੀ, ਇਹ ਘਰ ਦੇ ਮਾਹੌਲ ਵਿੱਚੋਂ ਹੀ ਪੈਦਾ ਹੁੰਦੇ ਹੈ। ਇਸਤਰੀ ਅਤੇ ਬੱਚਿਆਂ ਵਿੱਚ ਕੇਵਲ ਇਤਨੀ ਦਿਲਚਸਪੀ ਦੱਸੀ ਜਾਂਦੀ ਹੈ ਜਿਤਨੀ ਕਿ ਉਹਨਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂਕੇ ਬਾਂਕੇ ਬਣ ਕੇ ਵਿਖਾਉਣ ਜੋਗਾ ਬਣਾ ਸਕੇ, ਵੀ ਬਾਹਰ ਉਹ ਦਿਖਾ ਸਕਣ। ਘਰ ਨਾਲ ਉਹਨਾਂ ਦਾ ਘਰ ਦੇ ਲੋਕਾਂ ਨਾਲ ਉਹਨਾਂ ਦਾ ਇੰਨਾ ਹੀ ਲਿੰਕ ਹੁੰਦਾ ਹੈ। ਅਤੇ ਇਹ ਬਹੁਤ ਘੱਟ ਦੇਖਿਆ ਜਾਂਦਾ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉੱਨਤੀ ਵਾਲੇ ਸਾਧਨ ਇਕੱਠਾ ਕਰਦਾ ਹੋਵੇ। ਭਾਵ ਕਹਿਣ ਦਾ ਕਿ ਕੋਈ ਵੀ ਜਿਹੜਾ ਘਰ ਦਾ ਹੈਡ ਹੈ ਉਹ ਕੋਈ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜਿਹਦੇ ਨਾਲ ਘਰ ਦੇ ਬੱਚਿਆਂ ਦੀ ਦਿਮਾਗੀ ਅਤੇ ਸਦਾਚਾਰਕ ਆਚਰਨ ਵਾਲੀ ਉੱਨਤੀ ਹੋਵੇ। ਇਸ ਤਰ੍ਹਾਂ ਦੀਆਂ ਉਹਨਾਂ ਨੂੰ ਚੀਜ਼ਾਂ ਨਹੀਂ ਇਕੱਠੇ ਕਰਕੇ ਦਿੰਦਾ। ਪੁਸਤਕਾਂ ਉਹਨਾਂ ਨੂੰ ਇਹ ਜਿਹੀਆਂ ਨਹੀਂ ਪੜ੍ਹਾਈਆਂ ਜਾਂਦੀਆਂ, ਉਹਨਾਂ ਨਾਲ ਕੋਈ ਇਹ ਜਿਹੀਆਂ ਖੇਡਾਂ ਨਹੀਂ ਖੇਡੀਆਂ ਜਾਂਦੀਆਂ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਂਦੀ। ਮੁੰਡਿਆਂ ਅਤੇ ਵਿਦਿਆਰਥੀਆਂ ਵਿੱਚ ਵੀ ਇਹ ਸ਼ਿਕਾਇਤ ਹੈ ਕਿ ਉਹ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ। ਤਾਂ ਉਹ ਜ਼ਿੰਮੇਵਾਰ ਨਹੀਂ ਹਨ, ਉਹ ਲਿਮਿਟੇਸ਼ਨ ਕ੍ਰੋਸ ਕਰ ਜਾਂਦੇ ਹਨ। ਅਤੇ ਇਸ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਬੋਰਡਿੰਗ ਵਿੱਚ ਛੱਡ ਦਿੱਤਾ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਤਾਂ ਘਰ ਤੋਂ ਬਾਹਰ ਬਿਤਾਉਂਦੇ ਹੈ। ਉਹਨਾਂ ਨੂੰ ਕੀ ਪਤਾ ਕਿ ਆਂਢੀ ਗੁਆਂਢੀ ਕਿਹੋ ਜਿਹੇ ਹੁੰਦੇ ਹੈ, ਕਿਵੇਂ ਘਰਦਿਆਂ ਨਾਲ ਪਿਆਰ ਕੀ ਹੁੰਦਾ ਹੈ। ਜੇ ਲੇਖਕ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਜੇ ਚਾਚੀ ਮਰ ਜੇ ਤਾਂ ਮੁੰਡੇ ਨੂੰ ਆਪਣੇ ਚਾਚੇ ਕੋਲ ਜਾ ਕੇ ਦੁੱਖ ਪ੍ਰਗਟਾਉਣਾ ਨਹੀਂ ਹੁੰਦਾ, ਮਾਂ ਨਾਲ ਜਾਂਦੀ ਹੈ। ਮਾਂ ਕਹਿੰਦੀ ਹੈ ਕਿ ਇਹ ਚਾਚੇ ਨਾਲ ਇਹ ਦੁੱਖ ਪ੍ਰਗਟ ਕਰਨ ਆਇਆ ਹੈ। ਇਸੇ ਤਰ੍ਹਾਂ ਜੇ ਕਹਿ ਲਓ ਤਾਂ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਜੇ ਜੀਵਨ ਧਾਰਮਿਕ ਬਣਾਉਣਾ ਹੈ ਤਾਂ ਘਰ ਦਾ ਘਰ ਦਾ ਬਹੁਤ ਵੱਡਾ ਰੋਲ ਹੈ। ਅਤੇ ਲੋਕਾਂ ਦੀ ਰੁਚੀ ਹੁਣ ਇਹਨਾਂ ਵਿੱਚੋਂ ਘਟਦੀ ਜਾ ਰਹੀ ਹੈ। ਧਰਮ ਘਰਾਂ ਵਿੱਚੋਂ ਨਿਕਲ ਕੇ ਬਾਜ਼ਾਰਾਂ ਵਿੱਚ ਆ ਗਿਆ। ਹੁਣ ਧਰਮ ਦਾ ਵੀ ਇਹੀ ਹਾਲ ਹੈ। ਲੋਕ ਪਤਾ ਹੈ ਘਰ ਬੈਠ ਕੇ ਪਾਠ ਕਰਨਾ ਪਸੰਦ ਨਹੀਂ ਕਰਦੇ। ਬਸ ਕਿਸੇ ਤਿਉਹਾਰ ਨੂੰ ਦੇਖਿਆ, ਕੋਈ ਬਰਥਡੇ ਹੈ, ਕੋਈ ਐਨੀਵਰਸਰੀ ਹੈ ਜਾਂ ਕੋਈ ਹੋਰ ਕੋਈ ਸੈਲੀਬ੍ਰੇਸ਼ਨ ਕਰਨੀ ਹੈ ਤਾਂ ਦੀਵਾਨ ਚਲੇ ਜਾਂਦੇ ਹੈ ਜਾਂ ਕਿਸੇ ਨੂੰ ਬੁਲਾ ਕੇ ਪਾਠੀ ਨੂੰ ਅਰਦਾਸ ਕਰਾ ਲੈਂਦੇ ਹੈ। ਅਤੇ ਘਰ ਵਿੱਚ ਬੈਠ ਕੇ ਬੱਚਿਆਂ ਦੇ ਘਰਵਾਲੀ ਨਾਲ ਕੋਈ ਪਾਠ ਜਾਂ ਅਰਦਾਸ ਨਹੀਂ ਕੀਤੀ ਜਾਂਦੀ। ਤਾਂ ਫਿਰ ਅਸਲੀ ਧਾਰਮਿਕ ਵਿਚਾਰ ਆਉਣਗੇ ਕਿੱਥੋਂ? ਅਤੇ ਜਿਹੜੇ ਲੋਕ ਘਰੋਗੀ ਜੀਵਨ ਛੱਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਹਨਾਂ ਲਈ ਓਨਾ ਔਖਾ ਹੈ ਜਿੰਨਾ ਕਿਸਾਨ ਲਈ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣਾ ਚਾਹੇ। ਜਿਵੇਂ ਕਿਸਾਨ ਜ਼ਮੀਨ ਨੂੰ ਛੱਡ ਕੇ ਜੇ ਹਵਾ ਵਿੱਚ ਬੀਜਣਾ ਚਾਹੇ ਤਾਂ ਇਹ ਇੰਪੋਸੀਬਲ ਹੈ, ਉਵੇਂ ਹੀ ਇਹ ਚੀਜ਼ ਵੀ ਇੰਪੋਸੀਬਲ ਹੈ।
ਵੱਡੇ ਵੱਡੇ ਮਹਾਂਪੁਰਖ ਅਖਵਾਉਣ ਵਾਲੇ ਜੇ ਗ੍ਰਸਤ ਤੋਂ ਕੰਨੀ ਕਤਰਾਉਂਦੇ ਸਨ ਤਾਂ ਧਾਰਮਿਕ ਜਾਂ ਇਖਲਾਕੀ ਔਕੜ ਪੈਣ 'ਤੇ ਝੱਟ ਡਿੱਗ ਜਾਂਦੇ ਹਨ। ਜੇ ਉਹ ਘਰ ਵਿੱਚ ਨਹੀਂ ਰਹੇ ਨਾ ਵੱਡੇ ਵੱਡੇ ਮਹਾਂਪੁਰਖ, ਤਾਂ ਜਦੋਂ ਉਹਨਾਂ 'ਤੇ ਮੁਸੀਬਤ ਆਉਂਦੀ ਹੈ ਤਾਂ ਉਹ ਆਪਣੇ ਆਚਰਣ ਤੋਂ ਡਿੱਗ ਜਾਂਦੇ ਹਨ। ਕਈ ਤਾਂ ਇਹ ਡਰਦੇ ਹਨ ਕਿ ਕਿਤੇ ਮਾਇਆ 'ਚ ਨਾ ਫਸ ਜਾਈਏ, ਜੰਗਲਾਂ ਵਿੱਚ ਚਲੇ ਜਾਂਦੇ ਹਨ। ਕਹਿੰਦੇ ਹਨ ਕਿ ਅਜਿਹੇ ਸਾਧੂ ਸੰਤਾਂ ਨੂੰ ਜੰਗਲਾਂ ਵਿੱਚ ਵੀ ਸੰਤੁਸ਼ਟੀ ਨਹੀਂ। ਅੰਤ ਇਹੋ ਜਿਹਿਆਂ ਨੂੰ ਵੀ ਠੀਕ ਰਸਤਾ ਲੱਭਦਾ ਸੀ ਤਾਂ ਗ੍ਰਸਤੀ ਰਾਜੇ ਜਨਕ ਵਰਗਿਆਂ ਤੋਂ। ਕਹਿੰਦੇ ਹਨ ਕਿ ਬਹੁਤ ਸਾਰੇ ਰਿਸ਼ੀ ਮੁਨੀ ਰਾਜਾ ਜਨਕ ਤੋਂ ਪ੍ਰਭਾਵਿਤ ਹੋਏ, ਜਿਹੜੇ ਕਿ ਗ੍ਰਸਤੀ ਸਨ, ਘਰ ਵਿੱਚ ਰਹਿੰਦਿਆਂ ਵੀ ਮਹਾਨਤਾ ਵਾਲਾ ਜੀਵਨ ਬਤੀਤ ਕੀਤਾ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ। ਤਾਂ ਸਿੱਖ ਗੁਰੂ ਸਾਹਿਬਾਨ ਨੇ ਕੀ ਕੀਤਾ? ਘਰੋਗੀ ਮਤਲਬ ਘਰ ਵਾਲੇ ਜੀਵਨ ਉੱਤੇ ਜ਼ੋਰ ਦਿੱਤਾ, ਕਿਉਂਕਿ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ। ਜੇ ਅੱਛਾ ਆਚਰਣ ਬਣਦਾ ਹੈ ਨਾ, ਤਾਂ ਉਹ ਘਰੋਗੀ ਜੀਵਨ ਤੋਂ ਹੀ, ਘਰ ਵਾਲੇ ਜੀਵਨ ਤੋਂ ਹੀ ਅੱਛਾ ਜਿਹੜਾ ਆਚਰਣ ਬਣਦਾ ਹੈ। ਘਰ ਤੋਂ ਬਿਨਾਂ ਅੱਛਾ ਆਚਰਣ ਜਾਂ ਅੱਛਾ ਕਰੈਕਟਰ ਨਹੀਂ ਬਣ ਸਕਦਾ। ਜਿਸਨੇ ਕਿਸੇ ਵਿਹਾਰ ਵਿੱਚ ਪੈ ਕੇ ਨਿਤ ਬਦਨੀਅਤ ਦਿਆਨਤੀ ਦਾ ਟਾਕਰਾ ਨਹੀਂ ਕੀਤਾ, ਉਸਨੇ ਦਿਆਨਤਦਾਰ ਦੇ ਗੁਣ ਵੀ ਕਿਵੇਂ ਸਿਖਾਣਾ ਹੋਇਆ। ਭਾਵ ਜਿਹੜੇ ਮਨੁੱਖ ਨੇ ਹਮੇਸ਼ਾ ਮਾੜੀ ਸੋਚ ਦਾ ਮੁਕਾਬਲਾ ਨਹੀਂ ਕੀਤਾ, ਤਾਂ ਉਹ ਚੰਗੀ ਸੋਚ ਨੂੰ ਕਦੇ ਸਿਖਾ ਨਹੀਂ ਸਕਦਾ। ਇਸੇ ਤਰ੍ਹਾਂ ਜਿਸਨੇ ਪਿਤਾ, ਮਾਤਾ, ਭਰਾ, ਭੈਣ, ਪੁੱਤਰ, ਧੀ ਬਣ ਕੇ ਇਹਨਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਭਾਵ ਜਿਹਨੇ ਮਾਤਾ, ਪਿਤਾ, ਭੈਣ, ਭਰਾ ਬਣ ਕੇ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕੀਤਾ, ਉਸਨੂੰ ਇਹਨਾਂ ਸੰਬੰਧਾਂ ਵਿੱਚੋਂ ਪੈਦਾ ਹੋਏ ਗੁਣ, ਪਿਤਾ ਪੁਣਾ ਆਦਿ ਕਿਵੇਂ ਆ ਸਕਦੇ ਹਨ। ਜਿਹਨੇ ਕਦੇ ਇਹ ਚੀਜ਼ਾਂ ਫੇਸ ਹੀ ਨਹੀਂ ਕੀਤੀਆਂ, ਤਾਂ ਉਹਦੇ ਵਿੱਚ ਪਿਤਾ ਹੋਣ ਦਾ ਜਿਹੜਾ ਭਾਵ ਕਿਵੇਂ ਆ ਸਕਦਾ ਹੈ। ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੇ ਵੀ ਨਹੀਂ ਸਿੱਖੇ ਜਾ ਸਕਦੇ। ਜਿਹੜੇ ਇਹ ਪਿਆਰ ਹੈ, ਹਮਦਰਦੀ ਹੈ, ਕੁਰਬਾਨੀ ਹੈ, ਸੇਵਾ ਦੀ ਭਾਵਨਾ ਹੈ, ਇਹ ਕਦੇ ਸਿੱਖੇ ਨਹੀਂ ਜਾਂਦੇ ਜਦ ਤੱਕ ਕਿ ਮਨੁੱਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਹਨਾਂ ਦੀ ਸੰਭਾਲ ਲਈ ਉਦਮ ਤੇ ਲਿਆਕਤ ਨਾ ਪੈਦਾ ਕਰੇ। ਭਾਵ ਜੇ ਮਨ ਵਿੱਚ ਭਾਵ ਹੀ ਨਹੀਂ ਹੈ, ਤਾਂ ਜੇ ਯਤਨ ਹੀ ਨਹੀਂ ਕੀਤਾ, ਉਹਨਾਂ ਦੀ ਕਦੇ ਸੰਭਾਲ ਹੀ ਨਹੀਂ ਕੀਤੀ ਘਰਦਿਆਂ ਦੀ, ਉਹਨਾਂ ਨਾਲ ਕਦੇ ਪਿਆਰ ਹੀ ਨਹੀਂ ਕੀਤਾ, ਕੋਸ਼ਿਸ਼ ਹੀ ਨਹੀਂ ਕੀਤੀ, ਤਾਂ ਇਹ ਗੁਣ ਆ ਵੀ ਕਿਵੇਂ ਸਕਦੇ ਆ? ਸਿੱਖੇ ਥੋੜ੍ਹੀ ਜਾਂਦੇ ਹੈ, ਇਹ ਆਪਣੇ ਆਪ ਆ ਜਾਂਦੇ ਹੈ ਪਰਿਵਾਰ ਵਿੱਚ ਰਹਿੰਦਿਆਂ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ। ਕੇਵਲ ਉਹੀ ਲੋਕ ਆਪਣੇ ਮੁਲਕ ਉੱਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ, ਜਿਨ੍ਹਾਂ ਦੇ ਘਰ ਨੂੰ, ਟੱਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਕਹਿੰਦੇ ਆ ਕਿ ਜਿਨ੍ਹਾਂ ਨੂੰ ਆਪਣੇ ਘਰ ਨਾਲ ਪਿਆਰ ਹੈ ਨਾ, ਉਹੀ ਸਮਾਜ ਨੂੰ ਪਿਆਰ ਕਰਦੇ ਹੈ ਅਤੇ ਦੇਸ਼ ਨੂੰ ਪਿਆਰ ਕਰਦੇ ਹੈ। ਕਿਉਂਕਿ ਅਜਿਹੇ ਲੋਕਾਂ ਨੂੰ ਚਿੰਤਾ ਹੁੰਦੀ ਹੈ ਕਿ ਜੇ ਦੇਸ਼ 'ਤੇ ਹਮਲਾ ਹੋਇਆ, ਜੇ ਕੋਈ ਦੇਸ਼ 'ਤੇ ਅਤਿਆਚਾਰ ਕਰ ਰਿਹਾ ਹੈ, ਤਾਂ ਮਤਲਬ ਉਹਨਾਂ ਦੇ ਘਰਦਿਆਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਘਰਵਾਲੀ ਨੂੰ, ਉਹਨਾਂ ਦੇ ਬੱਚਿਆਂ ਨੂੰ ਨੁਕਸਾਨ ਹੋਏਗਾ। ਮੈਨੂੰ ਹਿੰਦੁਸਤਾਨ ਓਨਾ ਹੀ ਪਿਆਰਾ ਹੈ ਜਿਤਨਾ ਕਿ ਮੇਰੇ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਬੰਦੇ ਪਿਆਰੇ ਹਨ। ਲੇਖਕ ਕਹਿੰਦਾ ਕਿ ਮੈਨੂੰ ਭਾਰਤ, ਹਿੰਦੁਸਤਾਨ ਦੇਸ਼ ਓਨਾ ਪਿਆਰਾ ਹੈ ਜਿੰਨਾ ਕਿ ਮੈਨੂੰ ਮੇਰੇ ਪਿੰਡ ਦਾ ਕੱਚਾ ਕਮਰਾ ਅਤੇ ਉਸ ਵਿੱਚ ਵਸਦੇ ਲੋਕ। ਮੈਨੂੰ ਯਾਦ ਹੈ ਜਦ ਮੈਂ ਰਾਵਲਪਿੰਡੀ ਪੜ੍ਹਦਾ ਹੁੰਦਾ ਸੀ। ਲੇਖਕ ਆਪਣੇ ਬਚਪਨ ਦੀ ਘਟਨਾ ਦੱਸਦਾ ਹੈ ਕਿ ਜਦੋਂ ਰਾਵਲਪਿੰਡੀ ਪੜ੍ਹਦਾ ਹੁੰਦਾ ਸੀ ਤਾਂ ਹਰ ਹਫ਼ਤੇ ਐਤਵਾਰ ਕੱਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸੀ। ਤਾਂ ਉਹ ਐਤਵਾਰ ਨੂੰ ਆਪਣੇ ਪਿੰਡ ਰਹਿਣਾ ਚਾਹੁੰਦਾ ਹੁੰਦਾ ਸੀ। ਅਤੇ ਜਦ ਮੈਂ ਚੀਰਪੜਾ ਤੋਂ ਲੰਘ ਕੇ ਤ੍ਰਿਪਿਆਂ ਕੋਲ ਪੁੱਜਦਾ, ਰਾਸਤੇ ਵਿੱਚ ਆਉਣ ਵਾਲੀਆਂ ਜਗ੍ਹਾ ਦੇ ਨਾਮ ਹੈ ਚੀਰਪੜਾ, ਤ੍ਰਿਪਿਆ, ਜਿੱਥੇ ਇੱਕ ਟਿੱਬੇ ਦੇ ਓਲੇ ਮੇਰਾ ਪਿੰਡ ਦਿਸਦਾ ਸੀ। ਟਿੱਬਾ ਮਿੱਟੀ ਦਾ ਉੱਚਾ ਢੇਰ, ਉਹਦੇ ਓਲੇ ਮਤਲਬ ਉਹਦੇ ਪਰਲੇ ਪਿੱਛੇ ਪਿੰਡ ਵਸਦਾ ਦਿਸਦਾ। ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ।
ਮਤਲਬ ਪਿੰਡ ਦੀ ਜਿਹੜੀ ਉਹ ਦ੍ਰਿਸ਼ ਦੇਖਣ ਤੋਂ ਪਹਿਲਾਂ ਮੈਂ ਉਸ ਮਿੱਟੀ ਦੇ ਢੇਰ ਕੋਲ, ਟਿੱਬੇ ਕੋਲ ਰੁਕ ਜਾਂਦਾ ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਝਾਕਣ ਦਾ ਹੀਆਂ ਕਰਦਾ। ਹੀਆਂ ਕਰਨਾ ਹਿੰਮਤ ਕਰਦਾ ਅਤੇ ਮੈਂ ਆਪਣੇ ਮਨ ਨੂੰ ਤਿਆਰ ਕਰ ਲੈਂਦਾ ਸੀ ਕਿ ਮੈਂ ਹੁਣ ਪਿੰਡ ਵੇਖਣਾ ਹੈ। ਮੁੜਦੀ ਵੇਰ ਵੀ ਇਹੀ ਹੁੰਦਾ, ਵਾਪਸੀ 'ਤੇ ਵੀ ਇਹੀ ਹੁੰਦਾ ਸੀ। ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਮੁੜ ਦੇਖਦਾ ਸਾਂ। ਮਤਲਬ ਮੈਂ ਜਦੋਂ ਤੱਕ ਪਿੰਡ ਦਿਖਣਾ ਬੰਦ ਨਹੀਂ ਹੋ ਜਾਂਦਾ ਸੀ ਨਾ, ਵਾਰ-ਵਾਰ ਪਿੱਛੇ ਮੁੜ ਕੇ ਦੇਖਦਾ ਰਹਿੰਦਾ। ਉਹ ਕੀ ਸੀ? ਘਰ ਦਾ ਪਿਆਰ ਸੀ, ਪਿੰਡ ਦੇ ਪ੍ਰਤੀ ਪਿਆਰ ਸੀ ਕਿ ਵਾਰ-ਵਾਰ ਅੱਖਾਂ ਉਸ ਪਿੰਡ ਨੂੰ ਦੇਖਣਾ ਚਾਹੁੰਦੀਆਂ ਸਨ। ਕਈ ਵਾਰ ਉਸ ਦੇ ਓਹਲੇ ਹੋ ਜਾਣ ਦੇ ਮਗਰੋਂ ਕੁਝ ਕਦਮ ਪਿੱਛੇ ਪਰਤ ਕੇ ਮੁੜ ਪਿੰਡ ਨੂੰ ਦੇਖਣ ਜਾਂਦਾ। ਕਈ ਵਾਰ ਜਦੋਂ ਦਿਸਣੋਂ ਹਟ ਜਾਂਦਾ ਸੀ ਤਾਂ ਬਾਰ-ਬਾਰ ਪਿੱਛੇ ਮੁੜ ਕੇ ਜਾਂਦਾ ਅਤੇ ਪਿੰਡ ਨੂੰ ਦੇਖਦਾ ਸੀ। ਪਿੰਡ ਕਿੱਡਾ ਪਿਆਰਾ ਸੀ, ਉਹ ਪਿੰਡ ਕਿੰਨਾ ਪਿਆਰਾ ਸੀ ਅਤੇ ਉਸ ਵਿੱਚ ਵੱਸਦੇ ਮੇਰੇ ਸੰਬੰਧੀ ਹੋਰ ਵੀ ਪਿਆਰੇ ਸਨ। ਪਿੰਡ ਤਾਂ ਪਿਆਰਾ ਸੀ ਅਤੇ ਉਹਦੇ ਵਿੱਚ ਮੇਰਾ ਘਰ, ਮੇਰੇ ਰਿਸ਼ਤੇਦਾਰ ਮੈਨੂੰ ਉਸ ਤੋਂ ਵੀ ਜ਼ਿਆਦਾ ਪਿਆਰੇ ਲੱਗਦੇ ਸਨ। ਬੇਟਾ ਇਹਦੇ ਵਿੱਚ ਦੱਸਿਆ ਹੈ ਕਿ ਘਰ ਦਾ ਪਿਆਰ ਕੀ ਹੁੰਦਾ ਹੈ, ਕਿਵੇਂ ਘਰ ਦੇ ਪਿਆਰ ਦਾ ਮਨੁੱਖ ਦੇ ਜੀਵਨ 'ਤੇ ਅਸਰ ਹੁੰਦਾ ਹੈ। ਪਾਠ ਧਿਆਨ ਨਾਲ ਪੜ੍ਹ ਲੈਣਾ। ਥੈਂਕ ਯੂ।